ਬੰਦੇ ਇੱਕ ਨੇ ਨਾਲ ਦੇ ਪਿੰਡੋਂ ਬਹਿੜਾ 8 ਦਿਨਾਂ ਦੇ ਆਧਾਰ ਤੇ ਲਿਆ ਕੇ ਕੁਰਬਾਨੀ ਤੇ ਹਲਾਲ ਕਰ ਲਿਆ ਤੇ 8 ਮਹੀਨੇ ਹੋ ਗਏ ਪੈਸੇ ਨਹੀਂ ਦਿੰਦਾ, ਬਹਿੜੇ ਵਾਲਾ ਗੇੜੇ ਮਾਰਦਾ। ਅੱਜ ਉਹਨੇ ਬੰਦੇ ਇਕੱਠੇ ਕੀਤੇ ਤੇ ਉਹ ਗੱਲਾਂ ਹੋਣ ਲੱਗ ਗਈਆਂ ਤੇ ਬਹਿੜੇ ਵਾਲੇ ਦੇ ਮੂੰਹ ਚੋਂ ਨਿਕਲ ਗਿਆ, ਉਹਨੇ ਕਿਹਾ ਯਾਰ ਤੇਰੀ ਕੁਰਬਾਨੀ ਕੋਈ ਨਹੀਂ ਵੀ ਤੂੰ ਪੈਸੇ ਹੀ ਨਹੀਂ ਦਿੰਦਾ। ਕੁਰਬਾਨੀ ਵਾਲਾ ਫੱਟ ਬੋਲਿਆ, ਕਹਿੰਦਾ ਚਲੋ ਮੇਰੀ ਕੁਰਬਾਨੀ ਗਈ ਤੇਰੇ ਪੈਸੇ ਗਏ। ਯਾਰ ਦੁਨੀਆ ਤੇ ਲੈਣ ਦੇਣ ਬਣਿਆ ਪਰ ਲੈ ਕੇ ਦੇਣ ਵੀ ਤਾਂ ਬਣਿਆ। ਮੇਰੇ ਕੋਲੋਂ ਇੱਕ ਬੰਦਾ 200 ਰੁਪਈਆ ਲੈ ਗਿਆ, ਕਹਿੰਦਾ ਐਤਵਾਰ ਨੂੰ ਦੇ ਦੂੰ। ਮੈਂ ਕਿਹਾ ਠੀਕ ਆ। ਉਹਦਾ ਇੱਥੋਂ ਨੰਗਾ ਟਾਪਾ ਸੀ, ਐਂ ਜਾਂਦਾ ਵੀ ਸਲਾਮ ਅਲੈਕਮ, ਐਂ ਜਾਂਦਾ ਸਲਾਮ। ਮੈਂ ਕਿਹਾ ਯਾਰ ਤੂੰ ਐਤਵਾਰ ਨੂੰ ਦੇ ਦੀ, ਗੱਲ ਖਤਮ, ਆਪਣੀ ਰੁਟੀਨ ਨਾਲ ਲੰਘੀ ਜਾ। ਕਹਿੰਦਾ ਠੀਕ ਆ। ਐਤਵਾਰ ਆਈ, ਮੈਂ ਪੱਕੀ ਵੱਲ ਦੇਖਾਂ ਤੇ ਉਹ ਰਾਹ ਹੀ ਬਦਲ ਗਿਆ। ਉਹ ਸਾਈਕਲ ਤੇ ਉੱਤੋਂ ਦੀ ਜਾਂਦਾ ਮਰੱਬੇ, ਉਹਨੇ ਗੁਰਦੇ ਫੇਲ ਕਰਾ ਲੈਣੇ ਸਾਈਕਲ ਚਲਾ ਚਲਾ ਕੇ। ਮੇਰਾ 200 ਨਹੀਂ ਦੇਣਾ। ਕੋਈ ਪਿਓ ਪੁੱਤ ਬੈਠੇ ਸੀ ਡੇਰੇ ਤੇ, ਪਿਓ ਸੀ 70 ਸਾਲ ਦਾ, ਪੁੱਤ 40 ਸਾਲ ਦਾ। ਤੇ ਕੋਈ ਬੰਦਾ ਆ ਕੇ ਉਹਦੇ ਪਿਓ ਤੋਂ ਪੈਸੇ ਮੰਗਣ ਲੱਗ ਗਿਆ। ਉਹ ਪੁੱਤ ਕਹਿੰਦਾ ਅੱਬਾ ਇਹ ਕਾਹਦੇ ਮੰਗਦਾ? ਕਹਿੰਦਾ ਪੁੱਤ ਜਦੋਂ ਜੰਮਿਆ ਸੀ ਨਾ ਤੇ ਇਹਦੇ ਕੋਲ ਪੈਸੇ ਫੜ ਕੇ ਤੇ ਲੱਡੂ ਵੰਡੇ ਸੀ ਪਿੰਡ 'ਚ। ਕਹਿੰਦਾ ਅੱਬਾ ਤੂੰ ਏਡੇ ਕਾਲੇ ਬੰਦੇ ਨਾਲ ਲੈਣ ਦੇਣ ਕੀਤਾ ਕਿਉਂ? यार मैं चाहना सोशल मीडिया उत्ते एक मुहिम चलाइए कि अपनी बीवी की इज्जत करो, अपनी औरत की इज्जत करो। वेखना एक औरत अगर रोज का 2 किलो आटा गुने ना 20 सालों में 365 मन आटा गुनदी है, ठीक है, 200 मन चावल पकांदी है ते 300 मन सब्जियां ते गोश्त वगैरह पकांदी है। ते अगर एक औरत 10 मरले का घर है ना ओदे विच झाड़ू पोछा करे तो 2138 मुरब्बा किलोमीटर उत्ते झाड़ू फेरदी है। अस्तगफिरुल्लाह। 40,000 जोड़ा कपड़े ना इस्त्री करदी है। उस तो बाद मेहमान हुंदे ने, सारे काम रार वेखो ना एक औरत 20 सालां च की करदी है, कल्ली औरत ते यही काम 4 बीवियां रल के करन ते। ਸਿਆਣੇ ਕਹਿੰਦੇ ਵੀ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ। ਵੀ ਕੋਈ ਬੰਦਾ ਨਾ ਪਰਾਡੋ ਤੇ ਗਿਆ ਕਿਸੇ ਕਸਾਈ ਦੀ ਫੱਟੇ ਤੇ ਉਹਨੂੰ ਜਾ ਕੇ ਕਹਿੰਦਾ ਕਿਲੋ ਗੋਸ਼ਤ ਦੇ ਦਿਓ। ਉਹਦੇ ਖਲੋਤਿਆਂ ਹੀ ਇੱਕ ਪੁਰਾਣੇ ਜੇ ਡਾਲੇ 'ਚ ਇੱਕ ਬੰਦਾ ਆ ਕਹਿੰਦਾ ਜੀ 5 ਕਿਲੋ ਗੋਸ਼ਤ 2 ਕਿਲੋ ਕੀਮਾ ਕਰ ਦੇ। ਉਹ ਪਰਾਡੋ ਵਾਲਾ ਹੈਰਾਨ ਹੋਇਆ। ਜਦੋਂ ਡਾਲੇ ਵਾਲਾ ਚਲਾ ਗਿਆ ਉਹ ਕਸਾਈ ਨੂੰ ਪੁੱਛਦਾ, ਕਹਿੰਦਾ ਇਹ ਬੰਦਾ ਕੌਣ ਸੀ, ਕੰਮ ਕੀ ਕਰਦਾ ਹੈ? ਉਹ ਕਹਿੰਦਾ ਯਾਰ ਇਹ ਕਰਦਾ ਕੁਛ ਨਹੀਂ, ਵੀ ਸ਼ਹਿਰ 'ਚ ਜਿਹੜਾ ਬੰਦਾ ਕੋਈ ਅਮੀਰ ਮਰਦਾ ਨਾ ਉਹਦੀ ਜਨਾਨੀ ਨਾਲ ਵਿਆਹ ਕਰ ਲੈਂਦਾ ਤੇ ਉਹਦੇ ਪੈਸੇ ਤੇ ਇਹ ਐਸ਼ ਕਰਦਾ। ਆ ਕੇ 3 ਇਹਨੇ ਬੇਵਾ ਨਾਲ ਵਿਆਹ ਕੀਤਾ ਵੀ ਜਿਹੜੇ ਬੰਦੇ ਦੌਲਤ ਛੱਡ ਗਏ ਸੀ ਹੁਣ ਮੌਜਾਂ ਕਰਦਾ ਉਹਨਾਂ ਦੇ ਪੈਸੇ। ਕਹਿੰਦਾ ਅੱਛਾ। ਕਹਿੰਦਾ ਤੂੰ ਮੇਰਾ ਵੀ 5 ਕਿਲੋ ਗੋਸ਼ਤ ਤੇ 2 ਕਿਲੋ ਕੀਮਾ ਕਰ ਦੇ। ਉਹ ਲੈ ਕੇ ਘਰ ਗਿਆ। ਉਹਦੀ ਜਨਾਨੀ ਕਹਿੰਦੀ ਵੀ ਤੈਨੂੰ ਤਾਂ ਕਿਲੋ ਗੋਸ਼ਤ ਕਿਹਾ ਸੀ, ਤੂੰ ਇੰਨਾ ਮਾਲ ਚੱਕਿਆ ਵੀ ਕਿਸੇ ਦਾ ਕੋਈ ਦਾਵਤ ਕੀਤੀ? ਉਹ ਕਹਿੰਦਾ ਨਹੀਂ ਦਾਵਤ ਨਹੀਂ। ਕਹਿੰਦਾ ਮੈਂ ਆਪਣੇ ਮਾਲ ਤੇ ਆਪ ਹੀ ਮੌਜਾਂ ਕਰਨੀਆਂ ਤੇ ਆਪ ਹੀ ਖਾਣਾ। ਉਹ ਕਹਿੰਦੀ ਕਮਲਿਆ ਤੇਰਾ ਹੀ ਆ ਤੇ ਤੂੰ ਹੀ ਮੌਜਾਂ ਕਰਨੀਆਂ। ਕਹਿੰਦਾ ਨਾ ਤੈਨੂੰ ਨਹੀਂ ਪਤਾ, ਇੱਥੇ ਇੱਕ ਡਾਲੇ ਵਾਲਾ ਵੀ ਤੁਰਿਆ ਫਿਰਦਾ। ਉਹ ਤੂੰ ਪਿਓ ਤੋਂ ਬਿਨਾਂ ਰਿਸ਼ਤਾ ਕਿਵੇਂ ਪੱਕਾ ਕਰਾਇਆ? ਉਹ ਜੇ ਪਿਓ ਨਾਲ ਜਾਂਦਾ ਰਿਸ਼ਤੇ ਦਾ ਪਤਾ ਨਹੀਂ, ਪਰ ਬੇਇੱਜ਼ਤੀ ਪੱਕਾ ਹੋਣੀ ਸੀ। ਮੈਨੂੰ ਤਾਂ ਹੁਣ ਵੀ ਡਰ ਹੈ ਕਿਤੇ ਤੁਹਾਨੂੰ ਦੋਹਾਂ ਨੂੰ ਮਿਲ ਕੇ ਕੁੜੀ ਵਾਲੇ ਮੁੱਕਰੀ ਨਾ ਜਾਣ। ਬੇ ਸੱਚੀ ਪੁੱਤ ਮੰਨ ਗਿਆ ਕੁੜੀ ਵਾਲੇ? ਨਹੀਂ ਮੈਂ ਮਰ ਜਾ। ਲੈ ਮੇਰੇ ਸਾਹਮਣੇ ਆ ਮੇਰਾ ਪੁੱਤ ਹੈ। ਲੈ ਤੈਨੂੰ ਗੌਰ ਨਾਲ ਦੇਖਾਂ ਪਹਿਲਾਂ ਮੈਂ। ਮੰਮੀ ਕੀ ਦੇਖੀ ਜਾਨੀ ਹੈ? ਬੇ ਪੁੱਤ ਮੈਂ ਤਾਂ ਇਹ ਦੇਖਦੀ ਐ ਵੀ ਕੁੜੀ ਵਾਲੇ ਨੇ ਤੇਰੇ ਚਾਹੇ ਜਾਂ ਕੀ ਦੇਖਿਆ ਜਿਹੜਾ 35 ਸਾਲਾਂ ਚ ਸਾਨੂੰ ਨਹੀਂ ਦਿਖਿਆ। आपके मरने के घंटे बाद लोग खाना खाने लगेंगे। अगले दिन आपके दोस्त रिश्तेदार अपने घर जाने लगेंगे। 1 हफ्ते बाद आपकी जगह नौकरी पे किसी और को रख लिया जाएगा। 1 महीने के बाद आपसे रिलेटेड चीजें बिकने लगेंगी। आपकी प्रॉपर्टी के जो वारिस हैं वो आके अपना हक मांगने लगेंगे। साल बाद आप मुकम्मल तौर पे भुला दिए जाओगे या शायद उससे भी पहले। कई साल आपके रिश्तेदार बहन भाई आपकी कब्र पे न मिट्टी न फूल डालने आएंगे और आप सारी जिंदगी इन लोगों को खुश और सेटिस्फाई करने में गुजार देते हो। लोग क्या कहेंगे? अल्लाह को सेटिस्फाई करो, अपने ज़मीर को सेटिस्फाई करो, अपनी खुशियां अपने ख्वाब इन लोगों से पहले रखो। रिश्तों से प्यार करना बहुत जरूरी है लेकिन खुद को मार के नहीं, क्योंकि इनके लिए अगर आप मर भी जाओगे तो ये लोग एट द एंड यही कहेंगे कि आप ठीक से मरे नहीं।